ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਜਦੋਂ ਦੀ ਨਵੀਂ ਸਰਕਾਰ ਬਣੀ ਹੈ, ਸਾਰਿਆਂ ਦੀ ਜ਼ੁਬਾਨ ਤੇ ਇੱਕੋ ਹੀ ਗੱਲ ਹੈ, ਇਹ ਸਭ ਕੁਝ ਜੋ ਸਰਕਾਰ ਕਰਨਾ ਚਾਹੁੰਦੀ ਹੈ ਪੰਜਾਬੀਆਂ ਵਾਸਤੇ, ਪੈਸਾ ਕਿੱਥੋਂ ਆਊਗਾ? ਕਿਉਂਕਿ ਖਜ਼ਾਨੇ ਖਾਲੀ ਨੇ, ਕਰਜ਼ਾ ਚੜਿਆ ਹੋਇਆ, ਬਹੁਤ ਜ਼ਿਆਦਾ ਵਿਆਜ ਦੇਣਾ ਪੈਂਦਾ ਹੈ। ਔਰਨਾਮੈਂਟਲ ਸਿਕਿਉਰਿਟੀ ਹਟਾ ਦਿੱਤੀ ਹੈ। ਪੈਨਸ਼ਨਸ ਦੇ ਉੱਤੇ ਵੀ ਨਵਾਂ ਲਾਅ ਪਾਸ ਹੁੰਦਾ ਪਿਆ। ਕਹਿੰਦੇ ਨੇ ਕਿ ਸਾਰੀਆਂ ਫਿਜ਼ੂਲ ਖਰਚੀਆਂ ਬੰਦ ਕਰ ਦਿਓ ਤੇ ਜਿਹੜੇ ਟੈਕਸ ਕਲੈਕਸ਼ਨ ਹੈ ਉਹ ਬਿਲਕੁਲ ਸਹੀ ਤਰੀਕੇ ਨਾਲ ਕਰੋ। ਹੋਰ ਵੀ ਤਰ੍ਹਾਂ ਦੀਆਂ ਜਿਹੜੀਆਂ ਸਬਸਿਡੀਜ਼ ਨੇ, ਗ੍ਰਾਂਟਸ ਨੇ, ਉਹਨਾਂ ਵਿੱਚ ਵੀ ਕਟੌਤੀ ਕਰੋ। ਜਿੱਥੇ ਜ਼ਰੂਰੀ ਹੈ ਉੱਥੇ ਹੀ ਖਰਚੇ ਕਰੋ, ਬਾਕੀ ਸਾਰੀ ਫਿਜ਼ੂਲ ਖਰਚੀ ਹਟਾ ਦਿਓ ਤੇ ਹੋਰ ਰਿਸੋਰਸਿਸ ਐਲੋਕੇਟ ਕਰੋ ਕਿ ਤੁਸੀਂ ਆਪਣੀ ਇਨਕਮ ਨੂੰ ਕਿਵੇਂ ਮੋਬਿਲਾਈਜ਼ ਕਰ ਸਕਦੇ ਹੋ, ਇਕਨੋਮੀ ਨੂੰ ਕਿਵੇਂ ਸਟਰੈਂਥਨ ਕਰ ਸਕਦੇ ਹੋ, ਇਕਨੋਮੀ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹੋ। ਉਹ ਸਾਰੇ ਰਾਹ ਲੱਭੋ। ਬਹੁਤ ਇੰਟੈਲੀਜੈਂਟ ਲੋਕ ਪੰਜਾਬ ਵਿੱਚ ਬੈਠੇ ਨੇ, ਬੜੇ ਤਗੜੇ ਇਕਨੋਮਿਸਟ ਬੈਠੇ ਨੇ, ਪਲੈਨਰਸ ਬੈਠੇ ਨੇ, ਥਿੰਕ ਟੈਂਕਸ ਬੈਠੇ ਨੇ, ਇੰਟੈਲੀਜੈਂਸੀਆ ਬੈਠਾ ਹੈ। ਉਹਨਾਂ ਸਭ ਦੀ ਮਦਦ ਲਵੋ ਤੇ ਆਪਣੀ ਕਾਰਗੁਜ਼ਾਰੀ ਪੂਰੀ ਕਰੋ। ਸੋ ਅਸੀਂ ਵੀ ਅਜਿਹੀਆਂ ਗੱਲਾਂ ਕਰਾਂਗੇ ਅੱਜ ਪੰਜਾਬ ਚਰਚਾ ਦੇ ਵਿੱਚ। ਮੈਂ ਸੰਜੀਵ ਯਸ਼ ਖੰਨਾ ਲੈ ਕੇ ਹਾਜ਼ਰ। ਪੰਜਾਬ ਚਰਚਾ ਸਟੂਡੀਓਜ਼ ਦੇ ਵਿੱਚ ਬਣੇ ਹੋਏ ਨੇ ਡਾਕਟਰ ਰਾਜੀਵ ਖੋਸਲਾ, ਇੱਕ ਜਾਣੇ ਮਾਣੇ ਇਕਨੋਮਿਸਟ। ਸਰ, ਹਾਊ ਆਰ ਯੂ? ਮਿਹਰਬਾਨੀ ਜੀ, ਥੈਂਕ ਯੂ। ਆਈ ਐਮ ਵੈਰੀ ਫਾਈਨ। ਪਰਮਾਤਮਾ ਦੀ ਪੂਰੀ ਮਿਹਰ ਹੈ ਜੀ। ਸਾਡੀ ਸਾਰੀ ਸਟੇਟ ਦੇ ਉੱਤੇ, ਬਲਕਿ ਸਾਰੀ ਦੁਨੀਆ ਦੇ ਉੱਤੇ ਪਰਮਾਤਮਾ ਦੀ ਮਿਹਰ ਚਾਹੀਦੀ ਹੈ। ਸੋ ਭਗਵੰਤ ਮਾਨ ਸਾਹਿਬ ਪਹਿਲੇ 10 ਦਿਨਾਂ ਵਿੱਚ ਹੀ ਗਏ ਨੇ ਪ੍ਰਾਈਮ ਮਿਨਿਸਟਰ ਸਾਹਿਬ ਕੋਲ। ਖੈਰ, ਜਾਣਾ ਚਾਹੀਦਾ, ਮਿਲਣਾ ਵੀ ਚਾਹੀਦਾ, ਕਿਉਂਕਿ ਪਹਿਲੀ ਮੁਲਾਕਾਤ ਹੈ CM ਬਣਨ ਤੋਂ ਬਾਅਦ। ਤੇ ਨਾਲ ਜਾ ਕੇ ਉਹਨਾਂ ਨੇ ਪੈਕੇਜ ਦੀ ਡਿਮਾਂਡ ਕੀਤੀ ਹੈ 1 ਲੱਖ ਕਰੋੜ, 50,000 ਕਰੋੜ ਇੱਕ ਸਾਲ ਦਾ, 50,000 ਕਰੋੜ ਦੂਜੇ ਸਾਲ ਦਾ, ਟੋਟਲ 2 ਸਾਲ ਦਾ ਪੈਕੇਜ ਮੰਗਿਆ। ਤੋ ਇਹ ਜਾਣ ਸਾਰੀ ਗੱਲਬਾਤ ਹੋਈ ਆ ਤੇ ਨਾਲ ਗੱਲਬਾਤ ਹੋਈ ਹੈ ਕਿ ਬਾਰਡਰ ਸਟੇਟ ਹੈ, ਸਿਕਿਉਰਿਟੀ ਦੇ ਪਰਪਸ ਦੇ ਲਈ ਕੀ ਕੁਝ ਨਵੇਂ ਕਦਮ ਚੁੱਕੇ ਜਾਣ। ਪਰ ਅਸੀਂ ਗੱਲ ਕਰਾਂਗੇ ਇਕਨੋਮੀ ਦੀ। ਸੋ ਕਿਸ ਤਰ੍ਹਾਂ ਲੱਗਦਾ ਹੈ ਕਿ ਇਹ 35 ਸੱਟੇ ਜਾ ਕੇ 1 ਲੱਖ ਕਰੋੜ ਦਾ ਉਹਨਾਂ ਦੇ ਅੱਗੇ ਪੈਕੇਜ ਡਿਮਾਂਡ ਕਰਨਾ? ਦੇਖੋ ਜੀ, ਇਹ ਚੀਜ਼ ਜਿਹੜੀ ਸੀ ਐਕਸਪੈਕਟਡ ਸੀਗੀ। ਜਦੋਂ ਸਰਕਾਰ ਬਣਨ ਤੋਂ ਪਹਿਲਾਂ ਜਿੰਨੀਆਂ ਪਾਰਟੀਆਂ ਨੇ, ਚਾਹੇ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਜਾਂ ਜਿਹੜੀਆਂ ਅਕਾਲੀ ਦਲ ਦੀ ਜਿਹੜੀ ਪਾਰਟੀ ਹੈ, ਉਹਨਾਂ ਨੇ ਗੱਲ ਕੀਤੀ ਸੀਗੀ, ਜਾਂ ਕਾਂਗਰਸ ਜਿਹੜੀ ਹੈ, ਮੋਟੇ ਜਿਹੜੇ ਵੀ ਪਾਰਟੀਆਂ ਇਸ ਚੋਣਾਂ ਦੇ ਵਿੱਚ ਲੜ ਰਹੀਆਂ ਸੀ, ਸਾਰਿਆਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕ ਲੁਭਾਵਨ ਵਾਅਦੇ ਕੀਤੇ ਸੀ। ਕਿਸੇ ਨੇ ਕਿਹਾ ਅਸੀਂ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਦਾਂਗੇ, ਕਿਸੇ ਨੇ ਹਸਪੀਟਲਸ ਦੀ ਗੱਲ ਕੀਤੀ, ਕਿਸੇ ਨੇ ਗੈਸ ਸਿਲੰਡਰਸ ਦੀ ਗੱਲ ਕੀਤੀ, ਕਿਸੇ ਨੇ ਮਹਿਲਾਵਾਂ ਦੇ ਲਈ ਉਹਨਾਂ ਦੇ ਸਿੱਧੇ ਤੌਰ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਪੈਸੇ ਧਰਨ ਦੀ ਗੱਲ ਕੀਤੀ। ਤਾਂ ਇਹ ਚੀਜ਼ ਐਕਸਪੈਕਟਡ ਸੀਗੀ। ਆਪਾਂ ਪਹਿਲਾਂ ਵੀ ਜਦੋਂ ਇਹ ਚਰਚਾ ਕਰਦੇ ਰਹੇ ਹਾਂ, ਖੰਨਾ ਸਾਹਿਬ, ਤੁਹਾਨੂੰ ਜ਼ਰੂਰ ਚੇਤਾ ਹੋਏਗਾ ਜੀ, ਅਸੀਂ ਇਹ ਚੀਜ਼ ਦਾ ਜ਼ਿਕਰ ਕੀਤਾ ਸੀਗਾ ਕਿ ਪੰਜਾਬ ਦੇ ਖਜ਼ਾਨੇ ਜਿਹੜੇ ਹੈ ਇਹਨਾਂ ਚੀਜ਼ਾਂ ਨੂੰ ਅਲਾਉ ਨਹੀਂ ਕਰਦੇ। ਸਾਡਾ ਜਿਹੜਾ ਆਲਰੇਡੀ ਖਰਚਾ ਜਿਹੜਾ ਹੈ ਉਹ 1,60,000 ਕਰੋੜ ਰੁਪਈਆ ਹੈ ਹੁਣ, ਔਰ ਉਹਨਾਂ ਸਾਡੇ ਕੋਲ ਪੈਸਾ ਨਹੀਂ ਆ ਰਿਹਾ। ਸਾਡਾ ਹੁਣ ਜਿੰਨਾ ਖਰਚਾ ਹੋ ਰਿਹਾ ਔਰ ਅਸੀਂ ਜਿੰਨਾ ਪੈਸਾ ਆ ਰਿਹਾ, ਉਹਨਾਂ ਦੋਨਾਂ ਦੇ ਵਿੱਚ ਇੱਕ ਅੰਤਰ ਹੈ। ਤਾਂ ਉਸ ਅੰਤਰ ਨੂੰ ਭਰਨ ਦੇ ਲਈ ਸਰਕਾਰ ਕੀ ਕਰਦੀ ਹੈ? ਸਰਕਾਰ ਲੋਨ ਲੈਂਦੀ ਹੈ, ਕਰਜ਼ੇ ਲੈਂਦੀ ਹੈ। ਹੁਣ ਜਦੋਂ ਸਰਕਾਰ ਕਰਜ਼ਾ ਲੈਣ ਜਾਂਦੀ ਹੈ, ਉਹਦਾ ਵਿਆਜ ਸਮੇਤ ਉਹਨੂੰ ਵਾਪਸ ਵੀ ਮੋੜਨਾ ਪੈਂਦਾ, ਜਿਹਨੂੰ ਅਸੀਂ ਮੋਟੇ ਤੌਰ ਤੇ ਫਿਸਕਲ ਡੈਫਿਸਿਟ ਕਹਿੰਦੇ ਆ। ਵੀ ਫਿਸਕਲ ਡੈਫਿਸਿਟ ਦਾ ਮਤਲਬ ਕਿੰਨਾ ਅਸੀਂ ਬੋਰੋ ਕਰਨ ਚੱਲੇ, ਕਿੰਨਾ ਅਸੀਂ ਕਰਜ਼ਾ ਲੈਣ ਚੱਲੇ ਹਾਂ, ਰਾਈਟ। ਹੁਣ ਇਸ ਵੇਲੇ ਹੋ ਕੀ ਰਿਹਾ ਕਿ ਇਸ ਸਰਕਾਰ ਨੇ, ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਇਹਨਾਂ ਨੇ ਕਈ ਏਦਾਂ ਦੇ ਉਪਰਾਲੇ ਕੀਤੇ ਵੀ, ਜਿੱਦਾਂ ਅਸੀਂ ਮੁਫਤ ਬਿਜਲੀ ਦੇਵਾਂਗੇ, 300 ਯੂਨਿਟ ਦੀ ਗੱਲ ਕੀਤੀ ਇਲੈਕਸ਼ਨਾਂ ਦੇ ਵਿੱਚ, ਜਾਂ ਫੀਮੇਲਸ ਦੇ ਹੱਥਾਂ ਦੇ ਵਿੱਚ 1,000 ਰੁਪਈਆ ਰੱਖਾਂਗੇ। ਤਾਂ ਉਹਦੇ ਨਾਲ ਪੰਜਾਬ ਦੇ ਖਜ਼ਾਨੇ ਉੱਤੇ ਭਾਰ ਜਿਹੜਾ 10 ਤੋਂ 12,000 ਕਰੋੜ ਰੁਪਈਏ ਦਾ ਪੈ ਰਿਹਾ। ਹੁਣ ਦੇਖੋ, ਕੋਈ ਅਸੀਂ ਆਲਰੇਡੀ ਪੈਸਾ ਬੋਰੋ ਕਰ ਰਹੇ ਹਾਂ, ਸਾਡੇ ਕੋਲ ਮਾਲੀਆ ਦਾ ਕੋਈ ਸਰੋਤ ਤਾਂ ਹੈ ਨਹੀਂ। ਇਹਨਾਂ ਨੇ ਹਜੇ ਤੱਕ ਇਹ ਨਹੀਂ ਸੀ ਦੱਸਿਆ। ਹੁਣ ਜ਼ਰੂਰ ਇਹਨਾਂ ਨੇ ਖਰਚੇ ਘਟਾਉਣੇ ਸ਼ੁਰੂ ਕੀਤੇ ਆ। ਆਪਾਂ ਅਗਲੇ ਭਾਗ ਦੇ ਵਿੱਚ ਮੇਰੇ ਖਿਆਲ ਨਾਲ ਉਹਦੀ ਗੱਲ ਕਰ ਲਈਏ। ਤਾਂ ਇਸ ਵੇਲੇ ਜਿਹੜੀ ਸਰਕਾਰ ਗੱਲ ਕਰ ਰਹੀ ਹੈ, ਇਹਨਾਂ ਨੇ ਜਿਹੜੇ ਖਰਚੇ ਕੀਤੇ ਹੈ, ਉਹ ਖਰਚੇ ਪਲੱਸ ਪੰਜਾਬ ਦੇ ਉੱਤੇ, ਜਿੱਦਾਂ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ 3 ਲੱਖ ਕਰੋੜ ਰੁਪਈਏ ਦਾ ਕਰਜ਼ਾ। ਤਾਂ ਇਹ ਸਾਰੀਆਂ ਚੀਜ਼ਾਂ ਦੇ ਮੱਦੇ ਨਜ਼ਰ ਉਹ ਪੈਕੇਜ ਦੀ ਡਿਮਾਂਡ ਕਰਨ ਦੇ ਲਈ ਪ੍ਰਧਾਨ ਮੰਤਰੀ ਜੀ ਕੋਲ ਪਹੁੰਚੇ ਨੇ। ਜੀ ਰਾਜੀਵ ਜੀ, ਕਿਉਂਕਿ ਪੋਲੀਟੀਕਲ ਇਕਨੋਮੀ ਹੈ, ਹਰ ਥਾਂ ਦੇ ਉੱਤੇ ਪੋਲਿਟਿਕਸ ਖੇਡਿਆ ਜਾਂਦਾ, ਤਾਂ ਐਕਸਪਰਟ ਇਹ ਮੰਨਦੇ ਨੇ ਕਿ ਇਹਦੇ ਵਿੱਚ ਕੁਝ ਡਾਊਟਸ ਨੇ ਕਿ
ਸੈਂਟਰ ਇਹ ਪੈਸਾ ਦੇਵੇਗੀ ਕਿ ਨਹੀਂ ਦੇਵੇਗੀ। ਕਾਰਨ ਇਹ ਹੈ ਕਿਉਂਕਿ ਪੰਜਾਬ ਦੇ ਵਿੱਚ ਨਾਨ ਬੀਜੇਪੀ ਗਵਰਨਮੈਂਟ ਹੈ, ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਤੇ ਸੈਂਟਰ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਹੈ ਤੇ ਅੱਗੇ ਜਾ ਕੇ 2024 ਦੀਆਂ ਇਲੈਕਸ਼ਨਸ ਹੋ ਰਹੀਆਂ ਨੇ। ਤਾਂ ਜੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਬਿਹਤਰੀਨ ਤਰੀਕੇ ਨਾਲ ਪਰਫਾਰਮ ਕਰ ਜਾਂਦੀ ਹੈ ਤੇ ਹੋ ਸਕਦਾ ਹੈ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਬੀਜੇਪੀ ਦੇ ਕੈਂਡੀਡੇਟਸ ਨੂੰ 2024 ਦੀਆਂ ਸੈਂਟਰਸ ਦੀਆਂ ਇਲੈਕਸ਼ਨਸ ਦੇ ਵਿੱਚ ਕਾਂਟੇ ਦੀ ਟੱਕਰ ਦੇਣ ਦੇ ਕਾਬਿਲ ਹੋ ਜਾਣ। ਇਸ ਕਰਕੇ ਬੀਜੇਪੀ ਨਹੀਂ ਚਾਹੇਗੀ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਅੰਦਰ ਪਰਫਾਰਮ ਕਰ ਸਕੇ ਤੇ ਉਹਨਾਂ ਦੀ ਵਿਰੋਧੀ ਧਿਰ ਵਜੋਂ ਮਜ਼ਬੂਤੀ ਨਾਲ ਉੱਭਰ ਸਕੇ। ਇਸ ਕਰਕੇ ਇਹ ਪੋਲਿਟਿਕਸ ਹੈ, ਪਾਰਟੀ ਨੂੰ ਕਮਜ਼ੋਰ ਰੱਖਿਆ ਜਾਏਗਾ, ਆਮ ਆਦਮੀ ਪਾਰਟੀ ਨੂੰ ਪਰਫਾਰਮ ਨਹੀਂ ਕਰਨ ਦਿੱਤਾ ਜਾਏਗਾ। ਕੁਝ ਇਦਾਂ ਦੀ ਰਾਏ ਹੈ ਐਕਸਪਰਟਸ ਦੀ। ਤੁਹਾਨੂੰ ਕੀ ਲੱਗਦਾ ਹੈ, ਫੰਡ ਰਿਲੀਜ਼ ਹੋਣਗੇ ਪੀਐਮ ਵੱਲੋਂ? ਦੇਖੋ, ਇਹ ਸਾਰੀ ਜਿਹੜੀ ਹੈ ਨਾ ਜੀ ਸਿਆਸੀ ਜੁਗਲਬੰਦੀ ਹੈ ਵੀ ਕੀ ਕਰਨਾ ਹੈ, ਪੈਸੇ ਦੇਣੇ ਆ ਜਾਂ ਨਹੀਂ। ਮੈਂ ਉਸ ਚੀਜ਼ ਦੇ ਵੱਲ ਮੇਰਾ ਰੁਝਾਨ ਘੱਟ ਹੈ, ਜਾਂ ਮੇਰਾ ਉਸ ਚੀਜ਼ ਦੇ ਵੱਲ ਮੈਨੂੰ ਪਤਾ ਵੀ ਥੋੜਾ ਜਿਹਾ ਘੱਟ ਗਿਆ ਜੀ। ਮੈਨੂੰ ਤਾਂ ਇਹ ਪਤਾ ਹੈ ਵੀ ਕੇਂਦਰ ਸਰਕਾਰ ਆਪ ਇਸ ਵੇਲੇ ਫਸੀ ਪਈ ਹੈ। ਕੇਂਦਰ ਸਰਕਾਰ ਤਾਂ ਆਪ ਕਰਜ਼ਿਆਂ ਦੇ ਉੱਤੇ ਹੈ। ਦੇਖੋ, ਕੇਂਦਰ ਨੇ ਕੀਤਾ ਕਿ ਆਪਾਂ ਪਿਛਲੇ 2 ਸਾਲ ਦਾ ਜੇ ਵਕਫੇ ਦੇ ਵਿੱਚ ਦੇਖੀਏ ਵੀ ਕੇਂਦਰ ਸਰਕਾਰ ਕਰਦੀ ਕਿ 20 ਲੱਖ ਕਰੋੜ ਰੁਪਈਆ ਦਾ ਪੈਕੇਜ ਆਇਆ, ਕਰਜ਼ਿਆਂ ਨਾਲ ਭਰਿਆ ਪਿਆ ਸੀ। ਠੀਕ ਹੈ ਜੀ। ਸਰਕਾਰ ਨੇ ਐਤਕੀ ਦੇ ਬਜਟ ਦੇ ਵਿੱਚ ਕੀ ਕੀਤਾ? ਐਤਕੀ ਦੇ ਬਜਟ ਦੇ ਵਿੱਚ ਸਰਕਾਰ ਨੇ ਕਿਹਾ ਸੀ 1 ਲੱਖ ਕਰੋੜ ਰੁਪਈਆ ਸੂਬਾਈ ਸਰਕਾਰਾਂ ਨੂੰ ਦਿੰਨੇ ਆ ਕਰਜ਼ੇ ਦੇ ਤੌਰ ਤੇ, ਜਿਹਦਾ ਵਿਆਜ ਜਿਹੜਾ ਹੈ ਕੇਂਦਰ ਸਰਕਾਰ ਝੱਲੇਗੀ। ਰਾਈਟ। ਉਸ ਤੋਂ ਬਾਅਦ ਜੇ ਆਪਾਂ ਹੋਰ ਹਫ਼ਤੇ 10 ਦਿਨ ਦੀ ਗੱਲਬਾਤ ਕਰਦੇ ਹਾਂ ਤਾਂ ਕੇਂਦਰ ਸਰਕਾਰ ਨੇ ਤਾਂ ਆਪ 1.5 ਲੱਖ ਕਰੋੜ ਰੁਪਏ ਦੀ ਡਿਮਾਂਡ ਕੀਤੀ ਹੈ ਪਾਰਲੀਮੈਂਟ ਦੇ ਵਿੱਚ। ਜਿਹੜਾ ਇਹ ਸੈਸ਼ਨ ਚੱਲ ਰਿਹਾ ਸੀ, ਇਸ ਦੇ ਵਿੱਚ ਕੇਂਦਰ ਸਰਕਾਰ ਵਿੱਤ ਮੰਤਰੀ ਨੇ ਜਾ ਕੇ ਉੱਥੇ 1,50,000 ਕਰੋੜ ਰੁਪਏ ਦੀ ਕਿਹਾ ਵੀ ਸਾਡੇ ਕੋਲ ਜਿਹੜੀ ਪ੍ਰਾਈਮ ਮਿਨਿਸਟਰ ਆਵਾਸ ਯੋਜਨਾ ਜਿਹੜੀ ਹੈ ਉਹਦੇ, ਜਾਂ ਨੈਸ਼ਨਲ ਸਮਾਲ ਸੇਵਿੰਗਸ ਫੰਡ ਜਿਹੜਾ ਪਹਿਲਾਂ ਦੇ ਉਹਨਾਂ ਦੇ ਉੱਤੇ ਕਰਜ਼ੇ ਚੱਲੇ ਆ ਰਹੇ ਨੇ, ਉਹ ਕਰਜ਼ੇ ਲਾਉਣ ਦੇ ਲਈ ਉਹਨਾਂ ਨੇ 1.5 ਲੱਖ ਕਰੋੜ ਰੁਪਏ ਦੀ ਮੰਗ ਕੀਤੀ ਹੈ। ਤੀਸਰੀ ਜਿਹੜੀ ਚੀਜ਼ ਹੈ, ਇਹ ਸਾਡੇ ਕੋਲ ਸ਼੍ਰੀਲੰਕਾ ਦੇ ਜਿਹੜੇ ਫਾਈਨਾਂਸ ਮਿਨਿਸਟਰ ਹੈ ਉਹ ਆਏ। ਸ਼੍ਰੀਲੰਕਾ ਦੇ ਫਾਈਨਾਂਸ ਮਿਨਿਸਟਰ, ਬੜੀ ਸ਼੍ਰੀਲੰਕਾ ਦੇ ਵਿੱਚ ਤਬਾਹੀ ਮਚੀ ਹੋਈ ਹੈ ਇਸ ਵੇਲੇ ਪੈਸਿਆਂ ਨੂੰ ਲੈ ਕੇ। ਸ਼੍ਰੀਲੰਕਾ ਦੇ ਇੱਥੇ ਤੱਕ ਤਬਾਹੀ ਹੈ ਵੀ ਉੱਥੇ ਦੇ ਬੱਚਿਆਂ ਦੇ ਪੇਪਰ ਨਹੀਂ ਹੋ ਸਕ ਰਹੇ ਕਿਉਂਕਿ ਸ਼੍ਰੀਲੰਕਾ ਸਰਕਾਰ ਕੋਲ ਪੈਸਾ, ਕਾਗਜ਼ ਖਰੀਦਣ ਦੇ ਲਈ ਪੈਸੇ ਨਹੀਂ ਹੈ। ਹੁਣ ਅਸੀਂ ਉਹਨਾਂ ਨੂੰ ਮਦਦ ਦੇ ਤੌਰ ਤੇ ਕੀ ਕਿ ਅਸੀਂ ਕ੍ਰੈਡਿਟ ਲਾਈਨ ਖੋਲ ਦਿੰਦੇ, ਤੁਹਾਨੂੰ ਵੀ ਕਰਜ਼ੇ ਦੇ ਦਿੰਦੇ। ਤਾਂ ਕੇਂਦਰ ਸਰਕਾਰ ਦੇ ਕੋਲ ਤਾਂ ਇੱਕੋ ਇੱਕ ਵੇ ਆਊਟ ਹੈਗਾ ਵੀ ਕਰਜ਼ਾ ਦੇ ਦਿਓ। ਤਾਂ ਮੈਨੂੰ ਨਹੀਂ ਲੱਗਦਾ ਵੀ ਜਿਸ ਤਰੀਕੇ ਦੇ ਨਾਲ ਮਾਨ ਸਾਹਿਬ ਗਏ ਨੇ ਤਾਂ ਇਹਨਾਂ ਨੂੰ ਕਰਜ਼ਾ ਦੇਣ ਦੇ ਹਾਲਾਤ ਦੇ ਵਿੱਚ, ਔਰ ਖਾਸ ਕਰਕੇ 1 ਲੱਖ ਕਰੋੜ ਰੁਪਏ ਦਾ ਕਰਜ਼ਾ 2 ਸਾਲਾਂ ਦੇ ਵਿੱਚ, ਜਿੱਦਾਂ ਇਹਨਾਂ ਨੇ 50,000 ਕਰੋੜ ਦਾ ਪੈਕੇਜ ਮੰਗਿਆ ਤਾਂ ਉਹ ਮਿਲੇਗਾ। ਉਹਦਾ ਕਾਰਨ ਇਹ ਹੈ ਨਾ, ਤੁਸੀਂ ਦੇਖੋ ਵੀ 1 ਲੱਖ ਕਰੋੜ ਰੁਪਈਆ ਤਾਂ ਉਹਨਾਂ ਨੇ ਸਾਰੀਆਂ ਸਟੇਟਸ ਨੂੰ, ਸਾਰੇ ਰਾਜਾਂ ਨੂੰ ਮਿਲਾ ਕੇ 1 ਲੱਖ ਕਰੋੜ ਦਿੱਤਾ, ਔਰ ਇੱਥੇ ਇਕੱਲੇ ਮਾਨ ਸਾਹਿਬ ਪਹੁੰਚ ਗਏ 1 ਲੱਖ ਕਰੋੜ ਰੁਪਈਏ ਦਾ ਕਰਜ਼ਾ ਵੀ ਸਾਨੂੰ ਪੈਕੇਜ ਦੇ ਦਿਓ। ਤਾਂ ਮੈਨੂੰ ਤਾਂ ਡਾਊਟ ਹੈ ਜੀ ਇਸ ਚੀਜ਼ ਦੇ ਉੱਤੇ। ਸਿਆਸੀ ਗੱਲ ਆਪਣੀ ਜਗ੍ਹਾ, ਇਕਨੋਮਿਕ ਜਿਹੜੀ ਰੈਸ਼ਨੈਲਿਟੀ ਹੈ ਉਹ ਇਹਨੂੰ ਲੱਗਦਾ ਨਹੀਂ ਕਿ ਅਲਾਉ ਕਰੇਗੀ। ਦੇਖੋ, ਸਟੇਟ ਗਵਰਨਮੈਂਟ ਕੋਲ ਵੀ ਪਬਲਿਕ ਕੋਲੋਂ ਵੀ ਪੈਸਾ ਆਉਂਦਾ ਜਿਹੜਾ ਟੈਕਸਿਸ ਦੇ ਰੂਪ ਦੇ ਵਿੱਚ ਕਲੈਕਟ ਕਰਦੀ ਹੈ ਸਟੇਟ ਗਵਰਨਮੈਂਟ, ਤੇ ਸੈਂਟਰ ਗਵਰਨਮੈਂਟ ਕੋਲ ਵੀ ਟੈਕਸਿਸ ਦੇ ਰੂਪ ਦੇ ਵਿੱਚ ਹੀ ਪੈਸਾ ਆਉਂਦਾ ਜਿਹੜੀ ਉਹ ਕਲੈਕਟ ਕਰਦੀ ਹੈ ਪਬਲਿਕ ਕੋਲੋਂ। ਸੋ ਦੋਵਾਂ ਥਾਂ ਦੇ ਉੱਤੇ ਗੱਲ ਤਾਂ ਇੱਕੋ ਹੀ ਹੈ, ਪਰ ਸਟੇਟ ਗਵਰਨਮੈਂਟ ਛੋਟਾ ਇਲਾਕਾ ਹੈ ਤੇ ਸੈਂਟਰ ਗਵਰਨਮੈਂਟ ਵੱਡਾ ਇਲਾਕਾ, ਪੂਰਾ ਦੇਸ਼ ਹੈ। ਸੋ ਇਸ ਕਰਕੇ ਇਨਕਮ ਦਾ ਫਰਕ ਤਾਂ ਹੈ ਹੀ, ਤੇ ਸਟੇਟ ਗਵਰਨਮੈਂਟ ਹਮੇਸ਼ਾ ਐਕਸਪੈਕਟ ਕਰਦੀ ਹੈ ਕਿਉਂਕਿ ਡਿਪੈਂਡ ਕਰਦੀ ਹੈ, ਸਾਡਾ ਫੈਡਰਲ ਸਿਸਟਮ ਹੈ ਕਿ ਕਿਤੇ ਨਾ ਕਿਤੇ ਜਾ ਕੇ ਸਟੇਟ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਦੇ ਉੱਤੇ ਡਿਪੈਂਡ ਕਰਨਾ ਪੈਂਦਾ ਹੈ। ਸਾਰੀਆਂ ਸਟੇਟਸ ਕਰਦੀਆਂ ਨੇ, ਸਾਰੀਆਂ ਸਟੇਟਸ ਕਰਜ਼ੇ ਲੈਂਦੀਆਂ ਨੇ, ਪੀਐਮ ਫੰਡ ਤੋਂ ਲੈਂਦੀਆਂ ਨੇ। ਸਟੇਟ ਗਵਰਨਮੈਂਟ ਜਾ ਕੇ ਸੈਂਟਰ ਗਵਰਨਮੈਂਟ ਅੱਗੇ ਰਿਕੁਐਸਟ ਕਰਦੀ ਹੈ, ਉਹ ਪੀਐਮ ਫੰਡ ਹੀ ਹੈ ਸਾਰਾ, ਕਿਉਂਕਿ ਪੀਐਮ ਸਾਹਿਬ ਦੀ ਮਰਜ਼ੀ ਦੇ ਉੱਤੇ ਸਭ ਕੁਝ ਚੱਲਦਾ ਹੈ। ਖੈਰ, ਐਲੋਕੇਸ਼ਨਸ ਦੇਖੀਆਂ ਜਾਂਦੀਆਂ ਨੇ ਕਿਉਂਕਿ ਉੱਥੇ ਵੀ ਥਿੰਕ ਟੈਂਕਸ ਬੈਠੇ ਨੇ, ਨਾਮ ਜੋ ਮਰਜ਼ੀ ਦੇ ਦਿਓ ਉਸ ਹੈਡ ਨੂੰ, ਆਉਣਾ ਤਾਂ ਉਹ ਪੀਐਮ ਸਾਹਿਬ ਦੇ ਵੱਲੋਂ ਹੀ ਹੈ। ਸੋ ਅਗਲੀ ਗੱਲ ਆਪਾਂ ਕਰਦੇ ਹਾਂ ਕਿ ਪੰਜਾਬ ਦੀ ਇੱਕ ਚੀਜ਼ ਮੈਂ ਹੋਰ ਜੋੜਨਾ ਚਾਹੁੰਦਾ ਖੰਨਾ ਸਾਹਿਬ, ਜਿਹੜੀਆਂ ਸਟੇਟਸ ਹੈ, ਸਟੇਟ ਔਰ ਸੈਂਟਰ ਦੇ ਵਿੱਚ ਦੇਖੋ ਇੱਕ ਬਹੁਤ ਵੱਡਾ ਅੰਤਰ ਹੈ। ਕਿਉਂ ਸਟੇਟ ਸੈਂਟਰ ਵੱਲ ਦੇਖਦੀਆਂ? ਨੋ ਡਾਊਟ ਸਟੇਟਸ ਦਾ ਜਿਹੜਾ ਰੋਲ ਹੈ, ਸਟੇਟਸ ਛੋਟੇ ਲੈਵਲ ਦੇ ਉੱਤੇ ਪਲੇ ਕਰਦੀ, ਪਰ ਸਭ ਤੋਂ ਵੱਡੀ ਜਿਹੜੀ ਸਟੇਟਸ ਦੇ ਕੋਲ ਡੈਫੀਸ਼ੀਐਂਸੀ ਹੈ ਉਹ ਹੈ ਕਿ ਸਟੇਟ ਨਵਾਂ ਪੈਸਾ ਨਹੀਂ ਛਾਪ ਸਕਦੀ। ਜਿਹੜਾ ਨਵਾਂ ਪੈਸਾ ਰੁਪਈਆ ਹੈ ਉਹ ਸਿਰਫ ਕੇਂਦਰ ਸਰਕਾਰ ਛਾਪ ਸਕਦੀ ਹੈ। ਹੁਣ ਸਾਡਾ ਫੈਡਰਲ ਸਟਰਕਚਰ ਇਦਾਂ ਦਾ ਬਣਿਆ ਕਿ ਕੰਮ ਤਾਂ ਕਰਦੀ ਹੈ ਸਟੇਟਸ, सेंट्रल गवर्नमेंट डायरेक्टली आपको ही काम नहीं कर रही।
ਆਪ ਉਹ ਸਟੇਟਸ ਵਾਲੇ ਕੰਮਾਂ ਦੇ ਵਿੱਚ ਨਹੀਂ ਆਉਂਦੀ ਜਿੱਥੇ ਐਜੂਕੇਸ਼ਨ ਹੈ ਉਹ ਸਟੇਟ ਦਾ ਸਬਜੈਕਟ ਹੈ, ਕਨਕਰੈਂਟ ਲਿਸਟ ਦੇ ਵਿੱਚ ਵੀ ਆ ਗਿਆ, ਹੈਲਥ ਹੈ, ਡਿਫੈਂਸ ਜਿਹੜਾ ਹੈ ਉਹ ਸੈਂਟਰ ਦਾ ਸਬਜੈਕਟ ਹੈ। ਤਾਂ ਸਬਜੈਕਟਸ ਤਾਂ ਵੰਡੇ ਗਏ ਆ, ਪਰ ਜਿਹੜਾ ਲੋਕ ਭਲਾਈ ਵਾਲੇ ਸਾਰੇ ਸਬਜੈਕਟਸ ਹਨ ਨਾ ਜੀ, ਉਹ ਜ਼ਿਆਦਾਤਰ ਸਟੇਟਸ ਦੇ ਹੱਥ 'ਚ ਹੈ ਜਾਂ ਲੋਕਲ ਬਾਡੀਜ਼ ਤੱਕ ਉਹ ਥੱਲੇ ਉਤਰਦੇ ਨੇ, ਰਾਈਟ। ਤਾਂ ਇਸ ਕਰਕੇ ਕਿਤੇ ਨਾ ਕਿਤੇ ਇਹਨਾਂ ਦਾ ਮੰਤਵ ਹੁੰਦਾ ਵੀ ਸਾਨੂੰ ਪੈਸਾ ਸੈਂਟਰ ਕੋਲੋਂ ਮਿਲ ਜਾਏ। ਸੈਂਟਰ ਦੇ ਕੋਲ ਤਾਂ ਨੋਟ ਛਾਪਣ ਦੀ ਪਾਵਰ ਹੈ, ਨੋਟ ਛਾਪਣ ਦੀ ਪਾਵਰ ਹੈ, ਪਰ ਉਹਦੇ ਅਗੇਂਸਟ ਗੋਲਡ ਵੀ ਰੱਖਣਾ ਪਏਗਾ। ਜੇ ਉਹਨਾਂ ਗੋਲਡ ਨਹੀਂ ਹੈ ਤਾਂ ਫਿਰ ਉਸ ਤੋਂ ਬਾਅਦ ਮਹਿੰਗਾਈ ਜ਼ਿਆਦਾ ਵਧੇਗੀ, ਕਿਉਂਕਿ ਜਿਹੜੀ ਕਰੰਸੀ ਛਾਪੀ ਹੈ ਉਹਨੇ ਪਾਵਰ ਕਿੱਥੋਂ ਲੈਣੀ ਹੈ? ਜੋ ਐਗਜ਼ਿਸਟਿੰਗ ਗੋਲਡ ਹੈ ਉੱਥੋਂ ਹੀ ਪਾਵਰ ਲੈਣੀ ਹੈ ਨਾ ਉਹਨੇ। ਤੇ ਜਦੋਂ ਉਹ ਪਾਵਰ ਨਹੀਂ ਮਿਲੇਗੀ, ਕਿਉਂਕਿ ਗੋਲਡ ਤਾਂ ਉਹਨਾਂ ਕੀ ਹੈ, ਤੇ ਫਿਰ ਉਸ ਤੋਂ ਬਾਅਦ ਮਹਿੰਗਾਈ ਜ਼ਿਆਦਾ ਵਧੇਗੀ। ਉਹਨੂੰ ਕੀ ਕਹਾਂਗੇ ਅਸੀਂ? ਡੈਫਿਸਿਟ ਫਾਈਨੈਂਸਿੰਗ ਸਰ। ਬਿਲਕੁਲ ਠੀਕ ਹੈ ਜੀ, ਪੰਪ ਪ੍ਰਾਈਮਿੰਗ ਔਰ ਡੈਫਿਸਿਟ ਫਾਈਨੈਂਸਿੰਗ। ਜੀ ਅੱਗੇ ਵਧਦੇ ਹਾਂ ਆਪਾਂ। ਤੇ ਪੰਜਾਬ ਦੀ ਸਥਿਤੀ, ਕਿਉਂਕਿ ਕਹਿੰਦੇ ਨੇ ਕਿ ਤੁਸੀਂ ਆਪਣੇ ਆਪ ਸੈਲਫ ਸਫੀਸ਼ੀਐਂਟ ਹੋਣੇ ਚਾਹੀਦੇ ਹੋ, ਆਤਮ ਨਿਰਭਰ ਹੋਣੇ ਚਾਹੀਦੇ ਹੋ, ਤਾਂ ਤੁਸੀਂ ਦੂਸਰੇ ਕੋਲੋਂ ਕੁਝ ਐਕਸਪੈਕਟ ਕਰ ਸਕਦੇ ਹੋ। ਤਾਂ ਜੇ ਉਹ ਅਗਲਾ ਨਹੀਂ ਦਿੰਦਾ ਤਾਂ ਤੁਹਾਨੂੰ ਕੋਈ ਨਮੋਸ਼ੀ ਨਹੀਂ ਹੋਏਗੀ, ਕੋਈ ਨਿਰਾਸ਼ਾ ਨਹੀਂ ਹੋਏਗੀ, ਕਿਉਂਕਿ ਤੁਹਾਡੇ ਕੋਲ ਖਾਣ ਨੂੰ ਰੋਟੀ ਹੈ ਘਰ ਦੇ ਵਿੱਚ, ਤੁਸੀਂ ਸੈਲਫ ਡਿਪੈਂਡੈਂਟ ਹੋ। ਇਸ ਵਕਤ ਪੰਜਾਬ ਗਵਰਨਮੈਂਟ ਦੀ ਸਥਿਤੀ ਕੀ ਹੈ? ਸੈਲਫ ਡਿਪੈਂਡੈਂਟ ਹੈ ਜਾਂ ਬਿਲਕੁਲ ਹੀ ਜਿਹਨੂੰ ਆਪਾਂ ਪੰਜਾਬੀ 'ਚ ਕਹੀਏ ਤੋਤੇ ਉੜੇ ਪਏ ਨੇ? ਜਿਹੜਾ ਦੂਜਾ ਫਿਕਰਾ ਹੈ ਨਾ ਜੀ ਵੀ ਤੋਤੇ ਉੜੇ ਪਏ ਆ, ਉਹ ਇੱਥੇ ਢੁਕਵਾਂ ਬੈਠਦਾ ਵੀ ਪੰਜਾਬ ਸਰਕਾਰ ਜਿਹੜਾ ਹੈ ਇਸ ਵੇਲੇ ਪ੍ਰੋਬਲਮਸ ਦੇ ਵਿੱਚ ਘਿਰੀ ਹੋਈ ਹੈ। ਉਸ ਤੋਂ ਵੀ ਜ਼ਿਆਦਾ ਜਿਹੜੀ ਗੱਲ ਹੈ ਖੰਨਾ ਸਾਹਿਬ, ਜੇ ਆਪਾਂ 2-4 ਮਹੀਨੇ ਅੱਗੇ ਦੇਖੀਏ ਤਾਂ ਜੋ ਸਾਨੂੰ ਨਜ਼ਰ ਆਉਂਦਾ ਪਿਆ ਵੀ ਪੰਜਾਬ ਦੇ ਉੱਤੇ ਕਰਜ਼ੇ ਜਿਹੜੇ ਨੇ ਹੋਰ ਵੱਧ ਰਹੇ ਆ, ਔਰ ਖਰਚੇ ਜਿਹੜੇ ਆ ਪੰਜਾਬ ਦੇ ਉਹ ਲਗਾਤਾਰ ਵਧਨੇ ਆ, ਕਿਉਂਕਿ ਇਦਾਂ ਦੀਆਂ ਪਾਲਿਸੀਜ਼ ਸਾਡੀਆਂ ਸਰਕਾਰਾਂ ਨੇ ਬਣਾਈਆਂ ਸਨ ਜਿਹੜੀਆਂ ਕਿ ਸਾਡੇ ਰੈਵਨਿਊ ਦੇ ਨਾਲ, ਸਾਡੇ ਮਾਲੀਏ ਨਾਲ ਮੈਚ ਨਹੀਂ ਸੀ ਕਰਦੀਆਂ। ਹੁਣ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਦਾ, ਦੇਖੋ ਜੀ ਪਾਵਰ ਡਿਸਕੌਮਸ ਦਾ ਜਿਹੜਾ ਸੈਕਟਰ, ਪਾਵਰ ਸੈਕਟਰ, ਇਹ ਸਰਕਾਰ ਨੇ ਕਿਹਾ ਵੀ 9,000 ਕਰੋੜ ਰੁਪਈਆ, ਭਗਵੰਤ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਵੀ ਅਸੀਂ ਐਗਰੀਕਲਚਰ ਸਬਸਿਡੀ ਜਾਰੀ ਰੱਖਾਂਗੇ। ਐਗਰੀਕਲਚਰ ਸਬਸਿਡੀ 9 ਤੋਂ 10,000 ਕਰੋੜ ਰੁਪਈਆ ਸਾਲਾਨਾ ਸਾਡੇ ਜਿਹੜਾ ਖਜ਼ਾਨਾ ਉਹਦੇ ਉੱਤੇ ਭਾਰ ਹੈ। ਹੁਣ ਉਹਦੇ ਨਾਲ ਕਹਿਤਾ 300 ਯੂਨਿਟ ਹੋਰ ਬਿਜਲੀ ਦੇ ਮੁਫਤ ਮਿਲਣਗੇ। ਆਖਿਰ ਜਿਹੜੀ ਤੁਸੀਂ ਬਿਜਲੀ ਦੇ ਰਹੇ ਹੋ, ਬਿਜਲੀ ਬੋਰਡਾਂ ਦੇ ਉੱਤੇ ਜਿਹੜਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਹੈ, PSPCL, ਉਹਦੇ ਉੱਤੇ ਭਾਰ ਜਾ ਰਿਹਾ, ਸਾਰੇ ਦਾ ਸਾਰਾ ਭਾਰ ਜਿਹੜਾ ਉਹਦੇ ਤੇ ਜਾ ਰਿਹਾ। ਹੁਣ ਹੋਇਆ ਕੀ ਹੈ, ਰੀਸੈਂਟਲੀ, ਕਿਉਂਕਿ PSPCL ਵੀ ਜਿਹੜਾ ਹੈ NTPC ਤੋਂ ਪਾਵਰ ਲੈਂਦਾ। ਹੁਣ ਜਦੋਂ NTPC ਤੋਂ ਪਾਵਰ, ਜਦੋਂ NTPC ਕਹਿ ਰਹੀ ਹੈ ਵੀ ਸਾਡੇ ਬਈ ਮੈਂ ਨਹੀਂ ਦੇ ਸਕਦਾ, ਤੁਹਾਡੇ ਕਰਜ਼ੇ ਬਹੁਤ ਵਧੀ ਜਾਂਦੇ, ਉਹਨੇ ਅਸਾਮ ਨੂੰ ਸਿੱਧੇ ਸ਼ਬਦਾਂ ਦੇ ਵਿੱਚ NTPC ਨੇ ਕਹਿਤਾ ਵੀ ਜੇ ਅਸਾਮ ਸਰਕਾਰ ਪੈਸਾ ਜਿਹੜਾ ਉਹਨਾਂ ਨੇ ਲੋਨ ਦਿੱਤਾ ਜੇ ਉਹ ਲਾਏਗੀ ਤਾਂ ਅਗਲੀ ਬਿਜਲੀ ਮਿਲੇਗੀ, ਨਹੀਂ ਤਾਂ ਅਸਾਮ ਹਨੇਰੇ 'ਚ ਜਾਏਗਾ ਜੀ। ਤਾਂ ਇਦਾਂ ਦਾ ਹੀ ਡਿਸਕੌਮਸ ਦੇ ਉੱਤੇ ਸਾਡੇ ਕੋਲ ਵੀ ਖਰਚਾ ਜਿਹੜਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਵਧੇਗਾ, ਔਰ ਜਿਹੜਾ 300 ਯੂਨਿਟਸ ਦੀ ਹੋਰ ਦੀ ਗੱਲ ਹੋ ਰਹੀ ਹੈ, ਇਹ ਹੋਰ ਵਧੇਗਾ। ਇੱਕ ਤਾਂ ਇਹ ਸਾਡੇ ਕੋਲ ਪ੍ਰੋਬਲਮ ਜਿਹੜੀ ਸਾਨੂੰ ਸਾਹਮਣੇ ਖੜੀ ਨਜ਼ਰ ਆ ਰਹੀ ਹੈ। ਦੂਜੀ ਚੀਜ਼ ਜਿਹੜੀ ਆਪਾਂ ਦੇਖਦੇ ਹਾਂ ਨਾ ਖੰਨਾ ਸਾਹਿਬ, 30 ਜੂਨ 2022 ਨੂੰ ਜਿਹੜਾ GST ਦੀ ਕੰਪਨਸੇਸ਼ਨ, ਜੋ GST ਦਾ ਮੁਆਵਜ਼ਾ ਸਟੇਟ ਨੂੰ ਮਿਲ ਰਿਹਾ, ਕਿਉਂਕਿ ਜਦੋਂ ਇਹਨਾਂ ਦਾ ਸਮਝੌਤਾ ਹੋਇਆ ਸੀ ਸਟੇਟਾਂ ਦਾ ਤੇ ਸੈਂਟਰ ਦਾ, ਉਦੋਂ ਇਹ ਗੱਲ ਕਹੀ ਗਈ ਸੀ ਕਿ ਸਟੇਟਾਂ ਨੂੰ ਜਿਹੜਾ GST ਕਾਰਨ ਜੇ ਨੁਕਸਾਨ ਹੋਏਗਾ, ਉਸ ਨੁਕਸਾਨ ਦਾ ਜਿਹੜਾ ਮੁਆਵਜ਼ਾ ਹੈ 14% ਦੀ ਦਰ ਤੇ ਕੇਂਦਰ ਸਰਕਾਰ ਸਟੇਟਾਂ ਨੂੰ ਦੇਗੀ। ਹੁਣ ਉਹ ਜਿਹੜਾ ਮੁਆਵਜ਼ਾ 5 ਸਾਲ ਤੱਕ ਦੇ ਲਈ ਮਿਲਣਾ ਸੀ, ਹੁਣ ਉਹ ਵੀ ਜਾਂਦਾ ਰਹੇਗਾ। ਹੁਣ 5 ਸਾਲ ਹੋ ਰਹੇ ਹੈ। ਹੁਣ ਕੇਂਦਰ ਸਰਕਾਰ ਨੇ ਕੀਤਾ ਕੀ ਹੈ ਕਿ ਕੇਂਦਰ ਨੇ ਇਸ ਮੁਆਵਜ਼ੇ ਦੇ ਲਈ ਇੱਕ ਸੈਸ ਲਾਇਆ ਸੀ ਕਈ ਚੀਜ਼ਾਂ ਦੇ ਉੱਤੇ, ਉਹਨੂੰ ਕਿਹਾ ਸੀ ਕੰਪਨਸੇਸ਼ਨ ਸੈਸ। ਕੇਂਦਰ ਸਰਕਾਰ ਨੇ ਆਪ ਤਾਂ ਉਹ ਸੈਸ ਜਿਹੜਾ 2026 ਤੱਕ ਵਧਾ ਲਿਆ, ਪਰ ਜਿਹੜੀ ਸੂਬਾਈ ਸਰਕਾਰਾਂ ਨੇ ਉਹਨਾਂ ਨੂੰ ਉਹਦੇ ਚੋਂ ਪੈਸਾ ਦੇਣ ਤੋਂ ਹਜੇ ਤੱਕ ਕੋਈ ਜਵਾਬ ਨਹੀਂ ਦਿੱਤਾ। ਜੇ ਇਹ ਚੀਜ਼ ਮੁੱਕਰ ਜਾਂਦੀ ਹੈ ਕੇਂਦਰ ਸਰਕਾਰ ਜਾਂ ਅੱਗੇ ਇਸ ਨੂੰ 2026 ਤੱਕ ਅੱਗੇ ਨਹੀਂ ਲੈ ਕੇ ਜਾਂਦੀ ਇਸ ਸਮਝੌਤੇ ਨੂੰ, ਤਾਂ ਉਹਦੇ ਨਾਲ ਪ੍ਰੋਬਲਮਸ ਜਿਹੜੀਆਂ ਹੋਰ ਵਧਣਗੀਆਂ। GST ਦੀਆਂ ਸਲੈਬਸ ਜਿਹੜੀਆਂ ਨੇ ਵੱਧ ਜਾਣਗੀਆਂ। GST ਜਿਹੜੀਆਂ ਸਟੇਟਸ ਆ ਉਹ ਕਹਿਣਗੀਆਂ GST ਦੇ ਵਿੱਚ ਇਜ਼ਾਫਾ ਕੀਤਾ ਜਾਏ, ਜਿਸ ਦਾ ਡਾਇਰੈਕਟ ਭਾਰ ਜਿਹੜਾ ਹੈ ਉਹ ਤੁਹਾਡੇ ਔਰ ਮੇਰੇ ਤੇ ਆਏਗਾ, ਨੰਬਰ 1। ਨੰਬਰ 2 ਜਿਹੜਾ ਹੈ, ਸਟੇਟਸ ਜਿਹੜੀਆਂ ਨੇ, ਕਿਆ GST ਵਧਣ ਤੋਂ ਬਾਅਦ ਵੀ
ਉਹਦੇ ਚੋਂ ਪੈਸਾ ਰੈਵਨਿਊ ਨਿਊਟਰਲ ਟੈਕਸ ਜਿਹੜਾ ਹੈ, ਜਿਸ ਤੇ ਇਹਨਾਂ ਨੂੰ ਸਹੀ ਟੈਕਸ ਜੋ GST ਆਉਣ ਤੋਂ ਪਹਿਲਾਂ ਮਿਲਦਾ ਸੀ, ਕਿਆ ਉਸ ਲੈਵਲ ਤੇ ਪਹੁੰਚਦੀਆਂ ਜਾਂ ਨਹੀਂ, ਇਹ ਦੇਖਣਾ ਪਏਗਾ। ਤੀਸਰੀ ਚੀਜ਼ ਇਹਦੇ ਚ ਇੱਕ ਆਉਂਦੀ ਹੈ ਵੀ ਜਦੋਂ 1 ਲੱਖ ਕਰੋੜ ਰੁਪਏ ਦਾ ਕੇਂਦਰ ਨੇ ਐਤਕੀ ਬਜਟ ਦੇ ਵਿੱਚ ਗੱਲ ਕੀਤੀ ਹੈ ਵੀ ਇਸ ਬਜਟ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ, ਰਾਜ ਸਰਕਾਰਾਂ, ਇਹਨਾਂ ਨੂੰ ਅਸੀਂ ਕਰਜ਼ੇ ਦੇਣ ਨੂੰ ਤਿਆਰ ਹਾਂ। ਹੁਣ ਜੇ ਕੇਂਦਰ ਸਰਕਾਰ ਇਹਨਾਂ ਨੂੰ ਕਰਜ਼ੇ ਦਿੰਦੀ ਹੈ, ਚਾਹੇ ਉਹ ਇੰਟਰਸਟ ਫ੍ਰੀ ਨੇ, ਵੀ ਉਹਦੇ ਤੇ ਵਿਆਜ ਨਹੀਂ ਦੇਣਾ ਇਹਨਾਂ ਨੂੰ, ਪਰ ਕਰਜ਼ਾ ਤਾਂ ਲਾਉਣਾ 50 ਸਾਲਾਂ ਦੇ ਵਿੱਚ, ਤੁਸੀਂ ਹੋਰ ਕਰਜ਼ੇ ਦੇ ਰਹੇ ਹੋ। ਹੁਣ ਉੱਥੇ ਦੋ ਡਾਇਮੈਂਸ਼ਨਸ ਨਿਕਲਦੀਆਂ, ਕਿਆ ਸਾਡੀਆਂ ਗ੍ਰਾਂਟਸ ਮਿਲਣਗੀਆਂ? ਗ੍ਰਾਂਟਸ ਔਰ ਕਰਜ਼ਿਆਂ ਦੇ ਵਿੱਚ ਫਰਕ ਹੈ। ਗ੍ਰਾਂਟ ਸਾਨੂੰ ਕਨਸਟੀਟਿਊਸ਼ਨਲ ਰਾਈਟਸ ਦੇ ਤੌਰ ਤੇ ਮਿਲਦੀਆਂ ਨੇ, ਵੀ ਸਟੇਟ ਜਿਹੜਾ ਫੈਡਰਲ ਸਟਰਕਚਰ, ਉਹਦੇ ਚ ਸਟੇਟ ਨੂੰ ਰਾਈਟਸ ਹੈ ਵੀ ਉਹ ਗ੍ਰਾਂਟ ਜਾਣੀ ਹੈ, ਡੈਵੋਲੂਸ਼ਨ ਜਿਹੜੀ ਹੈ ਉਹ ਮਿਲਣੀ ਹੈ, ਇੰਨੀ ਗ੍ਰਾਂਟ ਆਏਗੀ। ਕਿਆ ਕੇਂਦਰ ਸਰਕਾਰ ਉਸ ਤੋਂ ਮੁੱਕਰਦੀ ਹੈ? ਇਹ ਦੇਖਣ ਵਾਲੀ ਚੀਜ਼ ਹੋਏਗੀ ਵੀ ਜੇ ਕੇਂਦਰ ਸਰਕਾਰ ਕਰਜ਼ੇ ਦੇ ਕੇ ਆਪਣਾ ਖਹਿੜਾ ਛਡਾ ਲਏਗੀ ਕਿ ਨਹੀਂ ਜੀ ਅਸੀਂ ਮਨਰੇਗਾ ਦੇ ਵਿੱਚ ਪੈਸਾ ਨਹੀਂ ਪਾਉਣਾ, ਅਸੀਂ ਸੈਂਟਰਲੀ ਸਪਾਂਸਰਡ ਸਕੀਮਾਂ ਜਿਹੜੀਆਂ ਸਟੇਟਾਂ ਦੇ ਨਾਲ ਰਲਾ ਕੇ ਚੱਲਦੀਆਂ ਨੇ, ਅਸੀਂ ਉਹਦੇ ਵਿੱਚ ਪੈਸਾ ਨਹੀਂ ਦੇਣਾ, ਤਾਂ ਫਿਰ ਕੇਂਦਰ ਦੇ ਲਈ ਭਾਰ ਜਿਹੜਾ ਹੈ, ਸੈਂਟਰ ਸਰਕਾਰ, ਸੂਬਾਈ ਸਰਕਾਰ ਦੇ ਲਈ ਭਾਰ ਜਿਹੜਾ ਹੈ, ਪ੍ਰੋਬਲਮ ਜਿਹੜੀ ਹੈ ਹੋਰ ਜ਼ਿਆਦਾ ਵੱਧ ਜਾਏਗੀ। ਚੌਥੀ ਚੀਜ਼ ਜਿਹੜੀ ਇਹਦੇ ਚ ਇੱਕ ਆ ਰਹੀ ਹੈ, ਜਿੱਦਾਂ ਅਸੀਂ ਦੇਖ ਰਹੇ ਹਾਂ ਕਿ ਰਾਜਸਥਾਨ ਔਰ ਛੱਤੀਸਗੜ੍ਹ ਨੇ 올ਡ ਪੈਨਸ਼ਨ ਸਕੀਮ ਬਹਾਲ ਕਰਤੀ ਹੈ, ਜਿਹੜਾ 2004 ਤੋਂ ਪਹਿਲਾਂ ਦੀ ਪੈਨਸ਼ਨ ਸਕੀਮ ਸੀ ਉਹਦੀ ਬਹਾਲੀ ਕਰਤੀ ਹੈ। ਕਿਤੇ ਨਾ ਕਿਤੇ ਜਿਹੜੀਆਂ ਨਾਨ ਬੀਜੇਪੀ ਸਟੇਟਸ ਨੇ, ਜਿੱਦਾਂ ਹੁਣ ਪੰਜਾਬ ਵੀ ਉਹਦੇ ਚ ਆਉਂਦੀ ਹੈ, ਤਾਂ ਨਾਨ ਬੀਜੇਪੀ ਸਟੇਟਸ ਦੇ ਵਿੱਚ ਸਰਕਾਰਾਂ ਦੇ ਉੱਤੇ ਇਹ ਇੱਕ ਭਾਰ ਹੈ ਉਹਨਾਂ ਦੇ ਦਿਮਾਗ ਤੇ, ਵੀ ਉਹਨਾਂ ਨੇ 올ਡ ਪੈਨਸ਼ਨ ਸਕੀਮ ਜਿਹੜੀ 2004 ਤੋਂ ਪੁਰਾਣਾ ਰਜੀਮ ਜਿਹੜਾ ਹੈ ਪੈਨਸ਼ਨ ਵਾਲਾ, ਉਹ ਵਾਪਸ ਲੈ ਕੇ ਆਉਣਾ। ਜੇ ਉਹ ਵਾਪਸ ਆਉਂਦਾ ਤਾਂ ਉਹਦਾ ਵੀ ਭਾਰ ਸਰਕਾਰੀ ਖਜ਼ਾਨੇ ਦੇ ਉੱਤੇ ਪੰਜਾਬ ਦੇ ਪਏਗਾ। ਤਾਂ ਇਸ ਕਰਕੇ ਮਾਨ ਸਾਹਿਬ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਵਧਣ ਲੱਗੀਆਂ, ਘਟ ਨਹੀਂ ਰਹੀਆਂ ਕਿਤੋਂ। ਜੀ, ਪੰਜਾਬ ਨੂੰ ਇਸ ਵਕਤ ਪੂੰਜੀ ਨਿਵੇਸ਼ ਦੀ ਲੋੜ ਹੈ। ਹਰ ਥਾਂ ਤੋਂ ਇਨਵੈਸਟਮੈਂਟ ਹੋਣੀ ਚਾਹੀਦੀ ਹੈ, ਕਿਉਂਕਿ ਤਾਂ ਹੀ ਕੈਪੀਟਲ ਰਾਈਜ਼ ਕਰੇਗੀ, ਤਾਂ ਹੀ ਅਸੀਂ ਅੱਗੇ ਜਾ ਕੇ ਵਧੀਆ ਪਰਫਾਰਮ ਕਰ ਸਕਦੇ ਹਾਂ। ਪਰ ਇਸ ਵਕਤ ਪੋਲੀਟੀਕਲ ਅਨਸਟੇਬਿਲਿਟੀ ਹੈ, ਸੋਸ਼ਲ ਅਨਸਟੇਬਿਲਿਟੀ ਹੈ, ਇਕਨੋਮਿਕਲੀ ਅਨਸਟੇਬਲ ਹਾਂ ਅਸੀਂ। ਇਸ ਕਰਕੇ ਪੂੰਜੀ ਨਿਵੇਸ਼ ਵਾਸਤੇ ਪ੍ਰਾਈਵੇਟ ਸੈਕਟਰ ਉਤਸ਼ਾਹਿਤ ਨਹੀਂ ਹੈ, ਕਿਉਂਕਿ ਉਤਸ਼ਾਹਿਤ ਤਾਂ ਤਾਂ ਹੋਏਗਾ ਜੇ ਗਵਰਨਮੈਂਟ ਵੱਲੋਂ ਵੀ ਕੋਈ ਇਨਵੈਸਟਮੈਂਟ ਹੋਏਗੀ, ਇੱਕ ਕੋਲੈਬੋਰੇਸ਼ਨ ਬਣੇਗੀ ਪ੍ਰਾਈਵੇਟ ਸੈਕਟਰ ਦੇ ਨਾਲ, ਕਿਉਂਕਿ ਬਿਨਾਂ ਕਾਰਪੋਰੇਟਸ ਤੋਂ ਅਸੀਂ ਮੂਵ ਨਹੀਂ ਕਰ ਸਕਦੇ। ਇੱਕ ਹੈਂਡਸ਼ੇਕ ਜ਼ਰੂਰੀ ਹੈ, ਪਰ ਉਹਦੇ ਵਾਸਤੇ ਜ਼ਰੂਰੀ ਹੈ ਕਿ ਸਟੇਟ ਗਵਰਨਮੈਂਟ ਵੀ ਸੋਲਿਡ ਹੋਵੇ, ਕਿਉਂਕਿ ਅਸੀਂ ਆਪ ਹੀ ਮੰਨਦੇ ਹਾਂ ਕਿ ਦੋਸਤੀ ਦੋ ਬਰਾਬਰ ਦੇ ਲੋਕਾਂ ਦੇ ਵਿੱਚ ਹੁੰਦੀ ਹੈ। ਜੇ ਸਟੇਟ ਗਵਰਨਮੈਂਟ ਉਸ ਬਰਾਬਰੀ ਤੇ ਹੈ ਜਿਸ ਬਰਾਬਰੀ ਤੇ ਕਾਰਪੋਰੇਟਸ ਉਹਨਾਂ ਨੂੰ ਚਾਹੁੰਦੀਆਂ ਨੇ, ਤਾਂ ਹੀ ਸ਼ੇਕ ਹੈਂਡ ਹੋ ਸਕਦਾ ਹੈ, ਪੂੰਜੀ ਨਿਵੇਸ਼ ਹੋ ਸਕਦਾ ਹੈ। ਪਰ ਇਸ ਵਕਤ ਇਹ ਆਸਾਰ ਦੂਰ ਤੱਕ ਵਿਖਾਈ ਨਹੀਂ ਦਿੰਦੇ, ਚਾਹੇ ਉਹ ਇੰਡਸਟਰੀਅਲ ਸੈਕਟਰ ਹੈ, ਚਾਹੇ ਉਹ ਐਗਰੀਕਲਚਰ ਦਾ ਸੈਕਟਰ ਹੈ, ਚਾਹੇ ਉਹ ਸਰਵਿਸਿਜ਼ ਦਾ ਸੈਕਟਰ ਹੈ, ਜਿੱਥੋਂ ਸਾਰੀ ਇੰਪਲੋਇਮੈਂਟ ਜਨਰੇਟ ਹੋਣੀ ਹੈ। ਤਾਂ ਇਸ ਕਰਕੇ ਇੰਪਲੋਇਮੈਂਟ ਜਨਰੇਸ਼ਨ ਦੇ ਵਿੱਚ ਵੀ ਡਿਫਿਕਲਟੀ ਆਏਗੀ। ਹਾਲਾਂਕਿ ਅਨਾਉਂਸਮੈਂਟਸ ਹੋ ਰਹੀਆਂ ਨੇ ਕਿ ਅਸੀਂ ਇੰਨੀਆਂ ਨੌਕਰੀਆਂ ਦੇਵਾਂਗੇ, ਤਾਂ ਅੱਗੇ ਜਾ ਕੇ ਹੋਰ ਵੀ ਵਧਾਵਾਂਗੇ, ਪਰ ਟੋਟਲ ਸਟਰਕਚਰ, ਇਕਨੋਮਿਕ ਸਟਰਕਚਰ ਨੂੰ ਖੜਾ ਕਿਵੇਂ ਕਰਨਾ, ਉਹਦੇ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਪਰ ਇਸ ਵਕਤ ਅਸੀਂ ਇੱਕ ਕੁਐਸਚਨ ਤੁਹਾਡੇ ਅੱਗੇ ਰੱਖਦੇ ਹਾਂ, ਜੋ ਆਮ ਆਦਮੀ ਪਾਰਟੀ ਨੇ ਇਹ ਸਾਰੇ ਵਾਅਦੇ ਕੀਤੇ ਸੀ ਆਪਣੇ ਮੈਨੀਫੈਸਟੋ ਦੇ ਵਿੱਚ, ਜਿਹਨੂੰ ਅਸੀਂ ਮੈਨਿਊਫੈਸਟੋ ਕਹਿੰਦੇ ਹਾਂ, ਮੈਨਿਊ ਕਾਰਡ ਕਹਿੰਦੇ ਹਾਂ ਕਿਸੇ ਹੋਟਲ ਦਾ, ਕਿ ਫ੍ਰੀ ਬੀਸ ਪੋਲਿਟਿਕਸ ਅਸੀਂ ਅਕਸਰ ਡਿਸਕਸ ਕਰਦੇ ਹਾਂ, ਉਹਨਾਂ ਵਾਅਦਿਆਂ ਦਾ ਕੀ ਬਣਨਾ ਹੈ? ਖੋਸਲਾ ਸਾਹਿਬ, ਦੇਖੋ ਜੀ, ਪਹਿਲੀ ਚੀਜ਼ ਹੁਣ ਜਿਹੜੀ ਇਹ ਦੇਖਣ ਵਾਲੀ ਹੋਏਗੀ ਕਿ ਜਿੱਦਾਂ ਇਹ ਖਰਚਾ ਜਿਹੜੀ ਹੈ ਸਰਕਾਰ ਨੇ ਘਟਾਇਆ, ਜਾਂ ਉਸ ਵੱਲ ਨੂੰ ਸਰਕਾਰ ਨੇ ਕੁਝ ਯਤਨ ਕੀਤੇ, ਜਿੱਦਾਂ ਪੈਨਸ਼ਨਾਂ ਬੰਦ ਕੀਤੀਆਂ। ਪੈਨਸ਼ਨਾਂ ਦੀ ਗੱਲ ਕੀਤੀ ਵੀ ਇੱਕ ਪੈਨਸ਼ਨ ਮਿਲੇਗੀ ਇੱਕ ਵਿਧਾਇਕ ਨੂੰ ਜਦੋਂ ਰਿਟਾਇਰ ਹੋ ਜਾਂਦੇ ਨੇ, ਉਹ ਆਪਣੀ ਟਰਮ ਜਦੋਂ ਲਾ ਜਾਂਦੇ ਨੇ, ਠੀਕ। ਦੂਜਾ, ਜਿਹੜੀ ਸਿਕਿਉਰਿਟੀ ਜਿਹੜੀ ਆ ਵਾਪਸ ਲੈ ਰਹੇ। ਤੀਜਾ ਜਿਹੜਾ ਹੈ, ਸਰਕਾਰ ਜਿਹੜੀ ਹੈ ਕਿਤੋਂ ਨਾ ਕਿਤੋਂ ਕਰਜ਼ੇ ਲਏਗੀ। ਆਲਰੇਡੀ ਇਸ ਸਾਲ ਦੇ ਵਿੱਚ ਕਰਜ਼ੇ ਲੈ ਚੁੱਕੀ ਹੈ ਸਰਕਾਰ, 17,000 ਕਰੋੜ ਦਾ ਇਸ ਸਾਲ ਦਾ ਟੀਚਾ ਸੀ, ਜਿਹੜਾ ਆਲਮੋਸਟ ਕੰਪਲੀਟ ਹੋ ਚੁੱਕਾ। ਸਰਕਾਰ ਕਰਜ਼ੇ ਲੈ ਰਹੀ। ਹੁਣ ਦੇਖਣ ਵਾਲਾ ਪੁਆਇੰਟ ਇਹ ਹੋਏਗਾ ਸਰ, ਵੀ ਇਹ ਜਿਹੜਾ ਪੈਸਾ ਸਰਕਾਰ ਬਚਾ ਰਹੀ ਹੈ, ਕਿਉਂਕਿ ਇਸ ਸਰਕਾਰ ਦੇ ਕੁਝ ਮੰਤਰੀਆਂ ਨੇ ਜਾਂ ਕੁਝ ਵਿਧਾਇਕਾਂ ਨੇ ਇਹ ਗੱਲ ਵੀ ਕਹੀ ਹੈ, ਅਸੀਂ 1 ਰੁਪਈਆ ਸਿਰਫ ਸੈਲਰੀ ਦੇ ਤੌਰ ਤੇ ਲਵਾਂਗੇ। ਤਾਂ ਜਿਹੜਾ, ਜਾਂ ਕੋਈ ਕਹਿੰਦਾ ਮੈਂ ਸਿਕਿਉਰਿਟੀ ਨਹੀਂ ਲਊਂਗਾ ਜਾਂ ਮੈਂ ਗੱਡੀ ਨਹੀਂ ਲਊਂਗਾ, ਤਾਂ ਇਹ ਜਿਹੜਾ ਪੈਸਾ ਬਚੇਗਾ, ਇਹ ਪੈਸਾ ਕਿਹੜੇ ਪਾਸੇ ਨੂੰ ਟਰਾਂਸਫਰ ਕਰਦੀ ਹੈ? ਕਿਆ ਇਹ ਲੋਕ ਭਲਾਈ ਦੇ ਲਈ ਪੈਸਾ ਜਾਂਦਾ, ਜਾਂ ਇਹ ਪੁਰਾਣੇ ਕਰਜ਼ੇ ਲਾਉਣ ਦੇ ਲਈ ਪੈਸਾ ਜਾਂਦਾ? ਇਹ ਦੇਖਣਾ ਬਹੁਤ ਇੰਪੋਰਟੈਂਟ ਰਹੇਗਾ। ਦੂਜੀ ਚੀਜ਼ ਜਿਹੜੀ ਹੈ ਇੱਥੇ, ਜਿਹੜੀ ਸਭ ਤੋਂ ਇੰਪੋਰਟੈਂਟ ਹੈ, ਕਿ ਕੇਂਦਰ ਸਰਕਾਰ, ਸੂਬਾਈ ਸਰਕਾਰ ਇੱਕ ਯਤਨ ਹੋਰ ਕਰੇ
ਜਿਹੜੇ ਵੱਡੇ ਇਕੋਨਮਿਸਟ ਨੇ ਔਰ ਖਾਸ ਕਰਕੇ ਫਾਰਮ ਇਕੋਨਮਿਸਟ ਜਿਹੜੇ ਉਹਨਾਂ ਨੇ ਗੱਲ ਕੀਤੀ ਹੈ ਵੀ ਪੰਜਾਬ ਦੇ ਵਿੱਚ ਇੰਡਸਟਰੀ ਵਾਪਸ ਲੈ ਕੇ ਆਉਣ, ਇੰਡਸਟਰੀ ਜਿਹੜੀ ਇੱਥੋਂ ਦੀ ਚਲੀ ਗਈ ਸੀ ਉਸ ਇੰਡਸਟਰੀ ਨੂੰ ਵਾਪਸ ਲੈ ਕੇ ਆਉਣ ਔਰ ਸਟਾਰਟ ਕਰ ਸਕਦੇ ਐਗਰੋ ਇੰਡਸਟਰੀਜ਼ ਤੋਂ। ਜਿਹੜੀਆਂ ਐਗਰੀਕਲਚਰ ਰਿਲੇਟਡ ਇੰਡਸਟਰੀ ਹੈ ਜੇ ਉਹ ਛੇਤੀ ਲੱਗ ਜਾਂਦੀ ਹੈ, ਬਹੁਤੀ ਇਨਵੈਸਟਮੈਂਟ ਨਹੀਂ ਚਾਹੀਦੀ, ਛੋਟੇ ਲੈਵਲ ਦੇ ਉੱਤੇ ਜਿਹੜੀਆਂ ਰਾਜ ਸਰਕਾਰਾਂ ਨੇ ਉਹਨੂੰ ਚਲਾ ਸਕਦੀਆਂ ਨੇ। ਜੇ ਸਾਡੀ ਸਰਕਾਰ ਵੀ, ਪੰਜਾਬ ਸਰਕਾਰ ਵੀ ਛੋਟੀ ਇੰਡਸਟਰੀ ਲੈ ਕੇ ਆਉਂਦੀ ਹੈ ਤਾਂ ਉਹਦੇ ਨਾਲ ਦੋ ਫਾਇਦੇ ਹੋਣਗੇ ਜੀ। ਇੱਕ ਫਾਇਦਾ ਜਿਹੜਾ ਹੋਏਗਾ, ਇੰਡਸਟਰੀ ਲੱਗੇਗੀ, ਐਗਰੀਕਲਚਰ ਤੋਂ ਭਾਰ ਜਿਹੜਾ ਖਤਮ ਹੋਏਗਾ, ਲੋਕਾਂ ਨੂੰ ਇੰਡਸਟਰੀ ਦੇ ਵਿੱਚ ਸ਼ਿਫਟ ਮਿਲੇਗੀ। ਜਿਹੜਾ ਲੋਕ ਵਾਪਸ ਆ ਗਏ ਨੇ, ਜਿਹੜੇ ਵਿਦੇਸ਼ਾਂ ਦੇ ਵਿੱਚ ਗਏ ਹੋਏ ਸੀਗੇ ਜਾਂ ਅਲੱਗ-ਅਲੱਗ ਰਾਜਾਂ ਦੇ ਵਿੱਚ ਜਾ ਕੇ ਕੰਮ ਕਰ ਰਹੇ ਸੀ, ਜੋ ਕਿ ਲੋਕਡਾਊਨ ਦੇ ਕਰਕੇ ਇੰਡਸਟਰੀਜ਼ ਬੰਦ ਹੋਈਆਂ ਨੇ, ਉੱਥੋਂ ਵਾਪਸ ਆ ਗਏ ਨੇ ਤਾਂ ਐਗਰੀਕਲਚਰ ਦੇ ਵਿੱਚ ਸਸਟੇਨ ਕਰ ਰਹੇ ਨੇ। ਮਨਰੇਗਾ ਦੇ ਉੱਤੇ ਭਾਰ ਹੈ ਤਾਂ ਇਹ ਜਿਹੜਾ ਭਾਰ ਹੈ ਆਫਲੋਡ ਹੋਏਗਾ ਜੇ ਰਾਜ ਸਰਕਾਰ ਕਿਤੇ ਨਾ ਕਿਤੇ ਐਗਰੀਕਲਚਰ ਵੱਲ ਨੂੰ ਦੇਖੇਗੀ। ਦੂਜਾ ਇਹਦਾ ਸਭ ਤੋਂ ਵੱਡਾ ਇੰਪੋਰਟੈਂਟ ਪੁਆਇੰਟ ਜਿਹੜਾ ਉਹ ਇਹ ਹੋਏਗਾ ਕਿ ਜਿਹੜਾ ਜੇ ਐਗਰੀਕਲਚਰ ਹੈ, ਐਗਰੀਕਲਚਰ ਦੀ ਜਿਹੜੀ 10,000 ਕਰੋੜ ਰੁਪਏ ਦੀ ਸਾਨੂੰ ਸਬਸਿਡੀ ਦੇਣੀ ਪੈਂਦੀ ਹੈ, ਉਹਦਾ ਵੀ ਭਾਰ ਕਿਤੇ ਨਾ ਕਿਤੇ ਘਟੇਗਾ। ਜੇ ਸਾਡੀ ਐਗਰੋ ਇੰਡਸਟਰੀਜ਼ ਚੱਲਣਗੀਆਂ ਤਾਂ ਐਗਰੀਕਲਚਰ ਨੂੰ ਜਿਹੜਾ ਬਾਰ-ਬਾਰ ਸਾਨੂੰ ਝੋਨੇ ਦੇ ਲਈ ਜਾਂ ਕਣਕਾਂ ਦੇ ਲਈ, ਪਾਣੀ ਦੇ ਲਈ ਪੈਸਾ ਦੇਣਾ ਪੈਂਦਾ, ਬਿਜਲੀ ਦੇਣੀ ਪੈਂਦੀ ਹੈ, ਉਹ ਕਿਤੇ ਨਾ ਕਿਤੇ ਘਟੇਗਾ। ਉਹ ਸਟ੍ਰੈਟੇਜਿਕਲੀ ਇਹ ਪੁਆਇੰਟ ਹੋਣਾ ਚਾਹੀਦਾ। ਮਾਨ ਸਾਹਿਬ ਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਵੀ ਐਗਰੋ ਇੰਡਸਟਰੀਜ਼ ਜਿਹੜੀਆਂ ਨੇ ਉਹ ਲੱਗਣ। ਬਾਕੀ ਜਿਹੜੇ ਸਰਕਾਰ ਨੇ ਹਜੇ ਤੱਕ ਦੇ ਉਪਰਾਲੇ ਕੀਤੇ ਹੈ 10 ਦਿਨਾਂ ਦੇ 15 ਦਿਨਾਂ ਦੇ ਵਿੱਚ ਜੋ ਵੀ ਇਹ ਕਰ ਰਹੇ ਨੇ ਇਹ ਠੀਕ ਹੈ, ਗਲਤ ਨਹੀਂ ਹੈ। ਉਸਦੇ ਨਾਲ ਜੇ ਆਪਣੇ ਇੱਕ ਪਾਸੇ ਖਰਚਾ ਘਟਾ ਕੇ ਦੂਜੇ ਪਾਸੇ ਜੇ ਲੋਕਾਂ ਦੇ ਹੱਥਾਂ 'ਚ ਪੈਸਾ ਧਰਨਗੇ, ਸਟੇਟ ਚੱਲ ਸਕਦੀ। ਜੀ ਖੋਸਲਾ ਸਾਹਿਬ, ਇਸ ਦੇ ਨਾਲ ਜੇ ਕਾਟੇਜ ਇੰਡਸਟਰੀ ਵੀ ਡਿਵੈਲਪ ਕੀਤੀ ਜਾਵੇ ਪੰਜਾਬ ਦੇ ਅੰਦਰ ਤਾਂ ਉਹ ਵੀ ਬਹੁਤ ਵਧੀਆ ਰਹੇਗਾ ਕਿ ਘਰ ਘਰ ਕਾਰੀਗਰ ਬੈਠੇ ਨੇ, ਘਰ ਘਰ ਸਾਡੇ ਆਰਟਿਸਟ ਬੈਠੇ ਨੇ ਜੋ ਬਹੁਤ ਵਧੀਆ ਚੀਜ਼ਾਂ ਬਣਾ ਸਕਦੇ ਨੇ ਆਪਣੇ ਹੱਥਾਂ ਨਾਲ, ਤੇ ਉਹ ਇੰਡਸਟਰੀ ਵੀ ਡਿਵੈਲਪ ਕੀਤੀ ਜਾਵੇ ਤਾਂ ਸਭ ਕੰਮ ਕਰਨਗੇ, ਹਰ ਹੱਥ ਕੋਲ ਕੰਮ ਹੋ ਜਾਏਗਾ। ਤਾਂ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਕਾਟੇਜ ਇੰਡਸਟਰੀ ਵੀ ਡਿਵੈਲਪ ਕਰੀਏ, ਜਿਹਨੂੰ ਹੱਥ ਕਰਗਾ ਉਦਯੋਗ ਕਹਿੰਦੇ ਨੇ, ਛੋਟੇ ਛੋਟੇ ਸਮਾਲ ਯੂਨਿਟਸ ਲਗਾ ਕੇ, ਉਹ ਵੀ ਫਾਇਦਾ ਦੇਗਾ। ਸੋ ਬਹੁਤ ਬਹੁਤ ਸ਼ੁਕਰੀਆ। ਪਰ ਇੱਕ ਗੱਲ ਆਪਾਂ ਇਸ ਨੋਟ ਦੇ ਉੱਤੇ ਖ਼ਤਮ ਕਰਾਂਗੇ ਕਿ ਬਹੁਤ ਬਿਊਟੀਫੁਲ ਸਾਇੰਸ ਹੈ ਇਕਨੋਮਿਕਸ, ਐਂਡ ਪੋਲਿਟਿਕਸ ਹੈਜ਼ ਕਰਪਟਡ ਦੀ ਬਿਊਟੀਫੁਲ ਸਾਇੰਸ ਆਫ ਇਕਨੋਮਿਕਸ। ਕਿਉਂਕਿ ਸਭ ਤੋਂ ਪਹਿਲਾਂ ਅਸੀਂ ਆਪਣੀਆਂ ਪ੍ਰਾਇਓਰਿਟੀਜ਼ ਦੇ ਉੱਤੇ ਧਿਆਨ ਦਿੰਦੇ ਹਾਂ ਕਿ ਸਾਡੀਆਂ ਬੁਨਿਆਦੀ ਲੋੜਾਂ ਕਿਹੜੀਆਂ ਨੇ, ਫਿਰ ਉਸ ਤੋਂ ਬਾਅਦ ਅਸੀਂ ਖੁਆਇਸ਼ਾਂ ਦੀ ਗੱਲ ਕਰਦੇ ਹਾਂ ਕਿ ਸਾਡੀਆਂ ਇੱਛਾਵਾਂ ਕੀ ਨੇ। ਪਰ ਇੱਥੇ ਕੁਝ ਲੋਕਾਂ ਦੀਆਂ ਇੱਛਾਵਾਂ ਬਾਕੀ ਲੋਕਾਂ ਦੀਆਂ ਜੋ ਜ਼ਰੂਰਤਾਂ ਨੇ ਉਹਨਾਂ ਦੇ ਉੱਤੇ ਹਾਵੀ ਪੈ ਗਈਆਂ ਨੇ। ਬਾਕੀ ਲੋਕਾਂ ਦੀਆਂ ਜੋ ਰੋਜ਼ ਦੀਆਂ ਰੋਜ਼ੀ ਰੋਟੀ ਦੀਆਂ ਇੱਛਾਵਾਂ ਨਹੀਂ ਬਲਕਿ ਜ਼ਰੂਰਤਾਂ ਨੇ, ਉਹਨਾਂ ਉੱਤੇ ਇਹਨਾਂ ਲੋਕਾਂ ਦੀਆਂ ਇੱਛਾਵਾਂ ਭਾਰੀ ਪੈ ਗਈਆਂ ਨੇ, ਜਿਹੜੀਆਂ ਸਿਰਫ ਆਪਣੀਆਂ ਖੁਆਇਸ਼ਾਂ ਦੀ ਗੱਲ ਕਰਦੇ ਨੇ। ਆਪਣੀਆਂ ਖੁਆਇਸ਼ਾਂ ਨੂੰ ਪੂਰੀਆਂ ਕਰਨ ਵਾਸਤੇ ਪੋਲਿਟਿਕਸ ਦੇ ਵਿੱਚ ਆਉਂਦੇ ਨੇ। 100 ਵਿੱਚੋਂ 90 ਬੰਦੇ ਐਸੇ ਹੁੰਦੇ ਨੇ ਪੋਲਿਟਿਕਸ ਦੇ ਵਿੱਚ ਜੋ ਸਿਰਫ ਤੇ ਸਿਰਫ ਇੰਜੋਏ ਕਰਨ ਵਾਸਤੇ ਆਉਂਦੇ ਨੇ, ਆਪਣੀਆਂ ਜਾਇਦਾਦਾਂ ਖੜੀਆਂ ਕਰਨ ਵਾਸਤੇ ਆਉਂਦੇ ਨੇ ਔਰ ਆਪਣੇ ਪਰਿਵਾਰ ਨੂੰ ਸੈੱਟ ਕਰਨ ਵਾਸਤੇ ਆਉਂਦੇ ਨੇ। ਉਸੇ ਚੀਜ਼ ਦਾ ਖਾਮਿਆਜ਼ਾ ਅੱਜ ਪੂਰੀ ਸਟੇਟ ਭੁਗਤਦੀ ਪਈ ਹੈ। ਅੱਜ ਅਸੀਂ ਆਪਣੀਆਂ ਲੋੜਾਂ ਵੀ ਪੂਰੀਆਂ ਕਰਨ ਦੇ ਕਾਬਿਲ ਨਹੀਂ ਰਹਿ ਗਏ। ਇਸ ਕਰਕੇ ਸਾਨੂੰ ਆਪਣੀਆਂ ਲੋੜਾਂ ਪਹਿਲਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ, ਉਸ ਤੋਂ ਬਾਅਦ ਇੱਛਾਵਾਂ ਦੀ ਗੱਲ ਕਰਾਂਗੇ, ਉਸ ਤੋਂ ਬਾਅਦ ਖੁਆਇਸ਼ਾਂ ਦੀ ਗੱਲ ਕਰਾਂਗੇ। ਸੋ ਇਕਨੋਮਿਕਸ ਨੂੰ ਪ੍ਰੋਪਰਲੀ ਸਾਨੂੰ ਅਪਲਾਈ ਕਰਨਾ ਚਾਹੀਦਾ ਹੈ, ਜੋ ਇਸ ਬਿਊਟੀਫੁਲ ਸਾਇੰਸ ਦੀ ਸੱਚਾਈ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਰਾਜੀਵ ਸਰ। ਮਿਹਰਬਾਨੀ ਜੀ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੋ ਸਾਡੇ ਦਰਸ਼ਕ ਸਾਡੇ ਨਾਲ ਜੁੜਦੇ ਨੇ ਪੰਜਾਬ ਚਰਚਾ ਦੇ ਵਿੱਚ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।